ਸਤਨਾਮ ਵਾਹਿਗੁਰੂ ਸਾਹਿਬ ਜੀਓ। ਰਾਗ ਗੌੜੀ ਪੂਰਬੀ ਮਹਿਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਇਹਾਂ ਖਾਟ ਚਲੋ ਹਰ ਲਹਾ, ਆਗੇ ਬਸਨ ਸੁਹੇਲਾ। ਆਉਦ ਕਟੈ ਦਿਨਸ ਰਹਿ ਨਾਰੇ, ਮਨ ਗੁਰਮਿਲ ਕਾਜ ਸਵਾਰੇ। ਰਹਾਉ ਇਹ ਸੰਸਾਰ ਬਿਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ। ਜਿਸ ਹੈ ਜਗਾਏ ਪਿਆਵੈ ਇਹ ਰਸ, ਅਕਥ ਕਥਾ ਤਿਨ ਜਾਣੇ। ਜਾਂ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨ ਹੈ ਬਸੇਰਾ। ਨਿਜ ਕਰ ਮਹਿਲ ਪਾਵੋ ਸੁਖ ਸਹਜੇ, ਬਹੁਰ ਨ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਬਿਦਾਤੇ, ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ ਹੈ ਸੁਖ ਮੰਗੈ, ਮੁਖ ਕਰ ਸੰਤਨ ਕੀ ਤੂਰੇ। ਅੰਤਰ ਜਾਮੀ ਪੁਰਖ ਬਿਦਾਤੇ, ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ, ਮੁਖ ਕਰ ਸੰਤਨ ਕੀ ਤੂਰੇ। ਪਰਮ ਸਨਮਾਨਯੋਗ ਚਬਰ ਛਤਰ ਤਖਤ ਦੇ ਮਾਲਕ, ਜੁਗ ਹੋ ਜੁਗ ਅਟਲ, ਸਰਬ ਸਾਂਝੀਵਾਲਤਾ ਦੇ ਰਹਿਬਰ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਇਮਾਨ ਗੁਰੂ ਸਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ। ਅੰਮ੍ਰਿਤਮਈ ਬਾਣੀ ਦੇ ਅੰਦਰੋਂ ਬੜੇ ਪਿਆਰ ਔਰ ਬੜੀ ਇਕਾਗਰਤਾ ਦੇ ਨਾਲ ਆਪ ਜੀ ਗੁਰੂ ਸਵਾਰਿਆਂ ਪਾਸੋਂ ਇਲਾਹੀ ਬਾਣੀ ਦੇ ਕੀਰਤਨ ਸਰਵਨ ਕਰ ਰਹੇ ਸੋ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਅੰਮ੍ਰਿਤ ਬਾਣੀ ਦੇ ਅੰਦਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ, ਗੁਰੂ ਰਾਮਦਾਸ ਪਾਤਸ਼ਾਹ ਜੀ, ਧੰਨ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੀ ਅੰਮ੍ਰਿਤ ਬਾਣੀ, ਸੋਹਿਲਾ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਆਪ ਇਹਨਾਂ ਦੀਵਾਨਾਂ ਵਿੱਚ ਸਰਵਨ ਕਰ ਰਹੇ ਹੋ। ਅਖੀਰਲਾ ਸ਼ਬਦ ਇਸ ਪਾਵਨ ਬਾਣੀ ਦਾ ਜੋ ਧੰਨ ਧੰਨ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ, ਇਹ ਪਾਵਨ ਸ਼ਬਦ ਆਪ ਜੀ ਨੇ ਬੜੇ ਪਿਆਰ ਨਾਲ ਸਰਵਨ ਕੀਤਾ ਹੈ। ਆਓ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪ ਜਿਤਨੀ ਸੰਗਤ ਗੁਰੂ ਦੇ ਚਰਨਾਂ ਵਿੱਚ ਜੁੜ ਬੈਠੇ ਹੋ, ਕਰੋ ਕਿਰਪਾ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਇਸ ਪਾਵਨ ਸ਼ਬਦ ਦੇ ਵਿੱਚ ਸਾਨੂੰ ਜੀਵਾਂ ਨੂੰ, ਸਮੁੱਚੀ ਮਨੁੱਖਤਾ ਨੂੰ ਇਹ ਗੱਲ ਸਮਝਾਉਣ ਦਾ ਯਤਨ ਕੀਤਾ ਹੈ ਕਿ ਦੇਖ, ਆ ਜਿਹੜੀ ਤੇਰੀ ਉਮਰ ਹੈ ਇਹ ਦਿਨ ਤੇ ਰਾਤ ਕਰਕੇ ਘਟ ਰਹੀ ਹੈ, ਤੇ ਨਾਲ ਇਸ ਮਨ ਨੂੰ ਸੰਬੋਧਨ ਕਰਕੇ ਆਖਿਆ ਕਿ हे ਮੇਰੇ ਮਨਾ, ਬੇਸ਼ੱਕ ਤੂੰ ਪਰਮਾਤਮਾ ਦੀ ਜੋਤ ਹੈ,
ਬੇਸ਼ੱਕ ਹੈ ਮਨ ਤੇਰੇ ਤੇ ਸਮੇਂ ਦਾ ਪ੍ਰਭਾਵ ਨਹੀਂ, ਨਾ ਤੇਰਾ ਜਨਮ ਹੈ ਨਾ ਤੇਰਾ ਮਰਨ ਹੈ, ਪਰ ਜਿਸ ਸਰੀਰ ਦੇ ਅੰਦਰ ਹੈ ਮੇਰੇ ਮਨ ਤੂੰ ਟਿਕਿਆ ਹੋਇਆ, ਇਸ ਸਰੀਰ ਦੇ ਉੱਤੇ ਸਮੇਂ ਦਾ ਪ੍ਰਭਾਵ ਹੈ। ਇਹਨੇ ਜਨਮ ਲਿਆ ਹੈ ਤੇ ਇੱਕ ਦਿਨ ਇਹਨੇ ਮਰਨਾ ਵੀ ਹੈ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਹੇ ਮੇਰੇ ਮਨ, ਗੁਰੂ ਨੂੰ ਮਿਲ ਕੇ ਆਤਮਿਕ ਜੀਵਨ ਦਾ ਜਿਹੜਾ ਕਾਰਜ ਹੈ ਉਹਨੂੰ ਸਫਲ ਕਰ ਲੈ। ਵੇਖੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਅੰਦਰੋਂ ਸਾਧ ਸੰਗਤ, ਸਤਿਗੁਰ ਨੇ ਵਾਰ-ਵਾਰ ਇਸ ਗੱਲ ਨੂੰ ਚੇਤਾਇਆ ਹੈ। ਆਪ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਬਚਨ ਬਾਣੀ ਵਿੱਚੋਂ ਪੜ੍ਹਦੇ ਹੋ। ਸਭ ਕਹਿੰਦੇ ਨੇ, ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ। ਬਚਪਨ, ਜਵਾਨੀ ਤੇ ਬੁਢੇਪਾ, ਸਭ ਕਹਿੰਦੇ ਨੇ ਬਸ ਆ ਤਿੰਨ ਅਵਸਥਾਵਾਂ ਨੇ। ਤੀਨ ਅਵਸਥਾ ਜਾਨ, ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਤੇ ਸਭ ਕਹਿੰਦੇ ਨੇ, ਜੇ ਤੇਰੇ ਕੋਲੋਂ ਪਰਮਾਤਮਾ ਦਾ ਭਜਨ ਨਹੀਂ, ਰੱਬ ਦੀ ਬੰਦਗੀ ਨਹੀਂ, ਤੇ ਸਤਿਗੁਰ ਕਹਿੰਦੇ ਨੇ ਫਿਰ ਇਹ ਤਿੰਨੇ ਹੀ ਇੰਜ ਜਾਣ ਜਿਵੇਂ ਵਿਅਰਥ ਲੰਘ ਗਈਆਂ ਨੇ। ਭਾਵ ਇਹਨਾਂ ਤਿੰਨਾਂ ਦੇ ਅੰਦਰ ਜੇ ਤੂੰ ਕਰਤੇ ਨਾਲ ਨਹੀਂ ਜੁੜਿਆ ਤੇ ਸਤਿਗੁਰ ਕਹਿੰਦੇ ਨੇ ਇਹ ਤਿੰਨੇ ਹੀ ਨਿਫਲੀਆਂ ਨੇ। ਇੱਕ ਬਚਨ ਤੁਸੀਂ ਬਾਣੀ ਵਿੱਚੋਂ ਪੜ੍ਹਦੇ ਹੋ, ਸਾਹਿਬ ਜੀ ਕਹਿੰਦੇ ਨੇ, ਮਨੁੱਖ ਨੂੰ ਕਿਤੇ ਜੀਵਨ ਦੇ ਕਿਸੇ ਪੜਾਅ ਦੇ ਵਿੱਚ ਪਰਮਾਤਮਾ ਚੇਤੇ ਆ ਜਾਏ, ਜੀਵਨ ਦੇ ਕਿਸੇ ਪੜਾਅ ਵਿੱਚ ਇਹਦੇ ਅੰਦਰ ਉਸ ਮਾਲਕ ਅਕਾਲ ਪੁਰਖ ਦੇ ਹੁਕਮ ਨੂੰ ਮੰਨਣ ਦੀ ਜਾਗ ਪੈਦਾ ਹੋ ਜਾਏ, ਤੇ ਉਸ ਜਾਗ ਦੇ ਅੰਦਰ ਤਾਂਗ ਰੱਖ ਕੇ ਇਹ ਆਪਣੇ ਸਤਿਗੁਰ ਪਰਮਾਤਮਾ ਦੇ ਇਸ਼ਟ ਦੇ ਚਰਨਾਂ ਦੇ ਵਿੱਚ ਸਦਾ ਲਈ ਜੁੜ ਜਾਏ। ਸਭ ਕਹਿੰਦੇ ਨੇ ਉਹ ਸਮਾਂ, ਉਹ ਇੱਕ ਘੜੀ, ਉਹ ਸਮਾਂ ਭਾਵੇਂ ਜੀਵਨ ਦੇ ਕਿਸੇ ਪੜਾਅ ਦੇ ਅੰਦਰ ਵੀ ਆਏ। ਮੰਨ ਲਓ ਮਨੁੱਖ ਨੇ ਆਪਣਾ ਬਚਪਨ ਵੀ ਅਜਾਈਂ ਗਵਾ ਦਿੱਤਾ, ਆਪਣੀ ਜਵਾਨੀ ਵੀ ਅਜਾਈਂ ਗਵਾ ਦਿੱਤੀ, ਬੁਢੇਪਾ ਵੀ ਆਖਰੀ ਕਗਾਰ ਤੇ ਖੜਾ ਏ, ਪਰ ਜੇ ਉਦੋਂ ਵੀ ਮੇਰੇ ਸਤਿਗੁਰ ਕਹਿੰਦੇ ਨੇ ਤੈਨੂੰ ਸਮਝ ਆ ਗਈ ਨਾ, ਸੱਚ ਜਾਣੀ ਤੇਰਾ ਉਸ ਵੇਲੇ ਜੁੜਿਆ ਹੋਇਆ ਵੀ ਤੇਰੇ ਸਾਰੇ ਜੀਵਨ ਨੂੰ ਸਵਾਰ ਦੇਗਾ। ਬਾਬਾ ਫਰੀਦ ਸਾਹਿਬ ਜੀ ਦਾ ਇਹ ਤੁਸੀਂ ਬਚਨ ਬਾਣੀ ਵਿੱਚ ਪੜ੍ਹਦੇ ਹੋ। ਸਤਿਗੁਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਆਜੇ ਪਾਵਨ ਬਚਨ ਨੇ, ਆਉਦ ਕਟੈ ਦਿਨਸ ਰਹਿ ਨਾਰੇ, ਮਨ ਗੁਰਮਿਲ ਕਾਜ ਸਵਾਰੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਫਰੀਦਾ ਕਾਲੀ ਜਿਨੀ ਨਾ ਰਾਵਿਆ, ਧੌਲੀ ਰਾਵੇ ਕੋਏ, ਕਰ ਸਾਈਂ ਸਿਓ ਪਿਰਹੜੀ ਰੰਗ ਨਵੇਲਾ ਹੋਏ। ਰੱਬ ਨਾਲ ਪਿਆਰ ਕਰ। ਜੇ ਕਾਲੀ ਭਾਵ ਜਵਾਨੀ ਦੇ ਵਿੱਚ ਤੂੰ ਮਾਲਕ ਨੂੰ ਚੇਤੇ ਨਹੀਂ ਕੀਤਾ, ਤੇ ਜਿਸ ਵਕਤ ਧੌਲੇ ਆ ਜਾਂਦੇ ਨੇ, ਬੁਢੇਪਾ ਆ ਜਾਂਦਾ ਹੈ, ਉਸ ਵੇਲੇ ਤੂੰ ਰੱਬ ਨੂੰ ਚੇਤਾ ਨਹੀਂ ਕਰ ਸਕਦਾ, ਬਹੁਤ ਔਖਾ ਹੈ। ਔਰ ਸੱਚ ਵਿੱਚ ਗੁਰਮੁਖੋ ਇਸ ਗੱਲ ਵਿੱਚ ਕੋਈ ਦੁਹਰਾਵਾ ਵੀ ਨਹੀਂ, ਕਿਉਂਕਿ ਮਨੁੱਖ ਦੀ ਮਾਨਸਿਕਤਾ ਬਚਪਨ ਤੋਂ ਲੈ ਕੇ ਜਵਾਨੀ ਤੱਕ ਜਿਸ ਮਾਨਸਿਕਤਾ ਵਿੱਚ ਬੰਦਿਆਂ ਨੇ ਆਪਣਾ ਜੀਵਨ ਜਿਉਇਆ ਹੈ, ਬੁਢੇਪੇ ਵਿੱਚ ਉਸ ਮਾਨਸਿਕਤਾ ਨੂੰ ਬਦਲਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ। ਇਹ ਤੇ ਗੁਰੂ ਤਰਸ ਕਰੇ ਤੇ ਕਿਤੇ ਕਿਰਪਾ ਹੁੰਦੀ ਏ, ਨਹੀਂ ਤੇ ਮੇਰੇ ਸਤਿਗੁਰ ਕਹਿੰਦੇ ਨੇ ਮਨੁੱਖ ਜਿਵੇਂ ਆਪਣਾ ਜੀਵਨ ਬਚਪਨ ਤੇ ਜਵਾਨੀ ਵਿੱਚ ਗੁਜ਼ਾਰਦਾ ਹੈ, ਬਸ ਉਹਨਾਂ ਹੀ ਵਾਸ਼ਨਾਵਾਂ ਤੇ ਕਾਮਨਾਵਾਂ ਦੇ ਅੰਦਰ ਇਹਦੀ ਬਜ਼ੁਰਗੀ ਵੀ ਲੰਘ ਜਾਂਦੀ ਹੈ। ਆਪ ਅੰਮ੍ਰਿਤ ਬਾਣੀ ਦੇ ਬਚਨ ਪੜ੍ਹਦੇ ਹੋ। ਬਾਬਾ ਜੀ ਕਹਿੰਦੇ ਨੇ, ਕਾਲੀ ਜਿਨੀ ਨਾ ਰਾਵਿਆ, ਧੌਲੀ ਰਾਵੇ ਕੋਏ, ਕਰ ਸਾਈਂ ਸਿਓ ਪਿਰਹੜੀ ਰੰਗ ਨਵੇਲਾ ਹੋਏ। ਅਗਲਾ ਬਚਨ ਫਿਰ ਉਹਨਾਂ ਨੇ ਕਿਹਾ, ਕਹਿਣ ਲੱਗੇ, ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ। ਇਹ ਫਰੀਦ ਜੀ, ਰੱਬ ਹਰ ਵਕਤ ਨਾਲ ਹੈ। ਇਹਦੇ ਵਿੱਚ ਕੋਈ ਦੁਹਰਾਵਾ ਨਹੀਂ ਵੀ ਜੇ ਜਵਾਨੀ ਤੱਕ ਮੰਨ ਲਓ ਬੰਦੇ ਨੇ 40 ਸਾਲ ਤੱਕ ਆਪਣੇ ਇਸ਼ਟ ਨੂੰ, ਮਾਲਕ ਨੂੰ ਚੇਤੇ ਨਹੀਂ ਕੀਤਾ, ਹੁਣ 40 ਸਾਲ ਤੱਕ ਜੋ ਇਸ ਮਤ ਅੰਦਰ ਬੀਜਿਆ ਹੈ,
ਫਿਰ ਇਸ ਮਤ ਦੇ ਅੰਦਰੋਂ ਉਹੀ ਕੁਝ ਪ੍ਰਾਪਤ ਕੀਤਾ ਜਾਣਾ ਹੈ। ਫਿਰ ਇਹਨੂੰ ਬਦਲਣਾ ਬੜਾ ਔਖਾ ਹੈ। 40 ਸਾਲ ਦਾ ਕੂੜ ਕਬਾੜ ਕਿਵੇਂ ਕੱਢੇਗਾ ਬੰਦਾ ਆਪਣੇ ਅੰਦਰੋਂ? ਇਹ ਤੇ ਗੁਰੂ ਤਰਸ ਕਰੇ ਤੇ ਅੰਦਰ ਦਾ ਕੂੜ ਕਬਾੜ ਨਿਕਲਦਾ ਹੈ। ਨਹੀਂ ਤੇ ਸੱਚ ਜਾਣਿਓ ਬੁਢੇਪੇ ਵਿੱਚ ਬੰਦਾ ਹੋਰ ਜ਼ਿਆਦਾ ਕੂੜ ਕਬਾੜ ਇਸ ਮਤ ਵਿੱਚ ਭਰਦਾ ਹੈ, ਹੋਰ ਅਵਗੁਣਾਂ ਦੇ ਵਿੱਚ ਲਿਪਤ ਹੁੰਦਾ ਹੈ। ਗੁਰਦੇਵ ਪਿਤਾ ਜੀ ਨੇ ਫਿਰ ਇੱਥੇ ਵੀ ਇੱਕ ਬਖਸ਼ਿਸ਼ ਕੀਤੀ। ਸਾਹਿਬ ਕਹਿੰਦੇ ਨੇ, ਫਰੀਦਾ ਕਾਲੀ ਤੋਲੀ ਸਾਹਿਬ ਸਦਾ ਹੈ, ਜੇ ਕੋ ਚਿਤ ਕਰੇ ਆਪਣਾ ਲਾਇਆ ਪਿਰਮ ਨਾ ਲਗਈ, ਜੇ ਲੋਚੈ ਸਭ ਕੋਈ ਇਹ ਪਿਰਮ ਪਿਆਲਾ ਖਸਮ ਕਾ, ਜੈ ਪਾਵੇ ਤੈਂ ਦੇ। ਇੱਕ ਪਿਆਲਾ ਖਸਮ ਦਾ, ਇਹ ਰਸ ਖਸਮ ਦਾ ਹੈ, ਤੇ ਉਸ ਖਸਮ ਨੇ ਪਤਾ ਨਹੀਂ ਕਿਦੋਂ ਬੰਦੇ ਤੇ ਤਰਸ ਕਰ ਦੇਣਾ ਹੈ। ਸੱਚ ਵਿੱਚ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ, ਜਦੋਂ ਆਪਾਂ ਸਤਿਗੁਰਾਂ ਦਾ ਜੀਵਨ ਪੜ੍ਹਦੇ ਹਾਂ, 62 ਸਾਲ ਦੀ ਉਮਰ ਵਿੱਚ ਮੇਰੇ ਸਤਿਗੁਰਾਂ ਦੇ ਅੰਦਰ ਇਹ ਜਾਗ ਪੈਦਾ ਹੋਈ। ਬਸ ਫਿਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸਭ ਕੁਝ ਸਮਰਪਣ ਕਰਕੇ ਤੇ ਸੇਵਾ ਵਿੱਚ ਜੁੜ ਗਏ। ਬਸ ਇੱਕੋ ਹੀ ਜੁਗਤ ਹੈ ਗੁਰਮਖੋ, ਗੁਰੂ ਦੇ ਉਪਦੇਸ਼ ਨੂੰ ਕਮਾ ਲੈਣਾ। ਜਦੋਂ ਬੰਦਾ ਗੁਰੂ ਦੇ ਉਪਦੇਸ਼ ਤੇ ਨਿਸ਼ਚਾ ਰੱਖ ਕੇ ਕਮਾਣਾ ਸ਼ੁਰੂ ਕਰ ਦਿੰਦਾ ਹੈ, ਅਵਸਥਾ ਭਾਵੇਂ ਜੀਵਨ ਦੀ ਕੋਈ ਵੀ ਹੋਵੇ, ਮੇਰਾ ਸਤਿਗੁਰ ਇੰਨੀ ਕਿਰਪਾ ਕਰਦਾ ਹੈ, ਉਹਨੂੰ ਜੀਵਨ ਦੇ ਕਿਸੇ ਵੀ ਪੜਾਅ ਵਿੱਚੋਂ ਬਾਹਰ ਕੱਢ ਕੇ ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ। ਤਾਂ ਹੀ ਸਤਿਗੁਰ ਕਹਿੰਦੇ ਨੇ, ਤੇਰੀ ਉਮਰ ਘਟ ਰਹੀ ਏ, ਵੇਖ ਦਿਨ ਤੇ ਪਹਿਰ ਪਹਿਰ ਤੇ ਘਰੀਆਂ, ਆਪ ਕਟੈ ਤਨ ਛੀਜੈ। ਸਤਿਗੁਰ ਕਹਿੰਦੇ ਨੇ, 10 ਬਾਲ ਤਨ 20 ਰਵਨ, 30 ਕਾ ਸੁੰਦਰ ਕਹਾਵੈ, 40 ਪੁਰ 85 ਪਗ ਖੀਸੇ, 60 ਕੇ ਬੁਢੇ ਪਾ ਆਵੇ, 70 ਕਾ ਮਤਹੀਨ, 80 ਕਾ ਵਿਵਹਾਰ ਨਾ ਪਾਵੇ, 90 ਕਾ ਸੇ ਜਸਨੀ ਮੂਲ ਨਾ ਜਾਣੇ ਆਪ ਬਲ, ਟੰਡੋਲਮ ਢੂੰਡਮ ਡਿਠ ਮੈਂ ਨਾਨਕ ਜਗ ਧੂਏ ਕਾ ਧਵਲ ਹਰ, ਔਦ ਘਟੈ ਦਿਨਸ ਰਹਿ ਨਾਰੇ। ਸਤਿਗੁਰ ਕਹਿੰਦੇ ਨੇ, ਵੇਖ ਤੇਰੀ ਉਮਰ ਕਿਵੇਂ ਘਟਦੀ ਹੈ। 10 ਬਾਲਪਨ ਵਿੱਚ, 20 ਸੰਸਾਰ ਦੇ ਕਾਰਜ ਨਿਬੇੜਦਿਆਂ ਜਵਾਨੀ ਦੇ ਵਿੱਚ, 30 ਕਾ ਸੁੰਦਰ ਕਹਾਵੈ, 10 ਤੇ 20 ਹੋ ਗਏ 30, 30 ਤੋਂ ਬਾਅਦ ਫਿਰ ਬੰਦੇ ਦੇ ਅੰਦਰ ਇੱਕ ਚਾਉ ਪੈਦਾ ਹੁੰਦਾ ਹੈ, ਮੈਂ ਆਪਣੀ ਖੂਬਸੂਰਤੀ ਦੁਨੀਆ ਨੂੰ ਦਿਖਾਵਾਂ। 30 ਕਾ ਸੁੰਦਰ ਕਹਾਵੈ, 40 ਪੁਰ 85 ਪਗ ਕਿਸੇ, 40 ਦਾ ਹੋਇਆ। ਸਤਿਗੁਰ ਕਹਿੰਦੇ ਨੇ, ਹੁਣ ਉਮਰ ਪਿੱਛੇ ਨੂੰ ਪੈਰ ਖਿਸਣ ਲੱਗੇ ਨੇ। 60 ਕੇ ਬੁਢੇਪਾ ਆਵੇ, 60 ਸਾਲ ਦੇ ਤੇ ਬਜ਼ੁਰਗੀ ਆ ਗਈ। 70 ਕਾ ਮਤਹੀਨ, ਹੁਣ 70 ਸਾਲ ਤੱਕ ਜਿਸ ਕੰਡੀਸ਼ਨ ਵਿੱਚ ਜੀਵਨ ਜੀਆ ਹੈ, ਸਤਿਗੁਰ ਕਹਿੰਦੇ ਨੇ ਅਜੇ ਵੀ ਮਤ ਤੋਂ ਹੀਣ ਹੈ, ਅਜੇ ਵੀ ਸਮਝ ਨਹੀਂ ਆਈ ਵੀ ਮੇਰਾ ਅੱਗਾ ਨੇੜਾ ਆਇਆ, ਪਿੱਛਾ ਰਿਹਾ ਦੂਰ। ਅਜੇ ਵੀ ਨਹੀਂ ਸਮਝ ਆਈ, ਬੁੱਢਾ ਹੁਆ ਸ਼ੇਖ ਫਰੀਦ ਕੰਬਨ ਲੱਗੀ ਦੇ, ਜੇ 100 ਵਰਿਆ ਜੀਵਨਾ ਪੀਤਨ ਹੋ ਸੀਖੇ। ਇਹ ਤੇ ਤਰਸ ਮੇਰਾ ਸਤਿਗੁਰ ਕਰੇ, ਫਿਰ ਜੀਵਨ ਦੇ ਅੰਦਰ ਇਹਨਾਂ ਗੱਲਾਂ ਦੀ ਸੋਝੀ ਆਉਂਦੀ ਹੈ। ਨਹੀਂ ਤੇ ਪਾਤਸ਼ਾਹ ਕਹਿੰਦੇ ਨੇ, ਬੰਦਾ ਐਸੀ ਜੀਵਨ ਦੀ ਅਵਸਥਾ ਵਿੱਚ ਵੀ ਕਰਤੇ ਤੋਂ ਵਿਛੜਿਆ ਹੀ ਰਹਿੰਦਾ ਹੈ। ਸਭ ਕਹਿੰਦੇ ਨੇ, ਤੇਰੀ ਉਮਰ ਘਟ ਰਹੀ ਹੈ, ਤਰਨਾਪੋ ਯੋ ਹੀ ਗਇਓ, ਲਿਓ ਜਰਾ ਤਨ ਜੀਤ, ਕਹੋ ਨਾਨਕ ਭਜ ਹਰ ਮਨਾ, ਔਦ ਜਾਤ ਹੈ ਬੀਤ, ਔਦ ਕਟੈ ਦਿਨਸ ਰਹਿ ਨਾਰੇ। ਪਾਤਸ਼ਾਹ ਜੀ ਕਹਿੰਦੇ ਨੇ, ਗੁਰੂ ਨੂੰ ਮਿਲ, ਗੁਰੂ ਨੂੰ ਮਿਲੇਗਾ ਤੇ ਤੇਰੇ ਆਤਮਿਕ ਜੀਵਨ ਦਾ ਸਫ਼ਰ ਤੈਅ ਹੋਣਾ ਹੈ। ਜੇ ਗੁਰੂ ਨੂੰ ਨਹੀਂ ਮਿਲੇਗਾ, ਇੱਕ ਗੱਲ ਚੇਤੇ ਰੱਖੀ, ਫਿਰ ਤੂੰ ਆਤਮਿਕ ਅਵਸਥਾ ਕਰਕੇ ਸਦਾ ਗੁਰੂ ਦੇ ਉਪਦੇਸ਼ ਤੋਂ, ਗੁਰੂ ਦੇ ਅੰਮ੍ਰਿਤ ਬਚਨਾਂ ਤੋਂ ਦੂਰ ਹੀ ਰਹੇਗਾ। ਸਰੀਰਕ ਤਲ ਕਰਕੇ ਬੰਦਾ ਪਹੁੰਚਿਆ ਵੀ ਉਸ ਦਿਨ ਸਫਲ ਹੁੰਦਾ ਹੈ, ਜਿਦਨ ਉਹ ਆਤਮਿਕ ਤੌਰ ਤੇ ਮਨ ਕਰਕੇ ਗੁਰੂ ਦੇ ਚਰਨਾਂ ਨਾਲ ਜੁੜ ਜਾਏ। ਸਾਧ ਸੰਗਤ, ਜਿਸ ਦਿਨ ਇਸ ਬਾਣੀ ਦੀ ਆਰੰਭਤਾ ਹੋਈ ਨਾ, ਵੇਖੋ ਆਰੰਭਤਾ ਸੀ ਸ਼ਬਦ ਜਦੋਂ ਪੜਿਆ ਪਹਿਲਾ, ਜੈ ਕਰ ਕੀਰਤ ਆਖੀਏ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ, ਸਿਵਰੋ ਸਿਰਜਨਹਾਰੋ, ਤੁਮ ਗਾਵੋ ਮੇਰੇ ਨਿਰਪੋ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਏ ਰਹਾਓ। ਉੱਥੇ ਵੀ ਸਤਿਗੁਰ ਨੇ ਆਖਿਆ, ਨਿਤ ਨਿਤ ਜੀੜੇ ਸੰਭਾਲੀਨ ਦੇਖੇਗਾ ਦੇਵਨਹਾਰ, ਤੇਰੇ ਦਾਨੇ ਕੀਮਤ ਨਾ ਪਵੇ, ਤਿਸ ਦਾਤੇ ਕਵਨ ਸੁਮਾਰ, ਸੰਬਤ ਸ਼ਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਆਸੀਸੜੀਆਂ ਜੋ ਹੋਵੇ, ਸਾਹਿਬ ਸੋ ਮੇਲ, ਘਰ ਘਰ ਇਹੋ ਪਹੁੰਚਾ। ਜਿਦਨ ਸਤਿਗੁਰ ਨੇ ਬਾਣੀ ਦੀ ਆਰੰਭਤਾ ਕੀਤੀ,
ਉਦਨ ਵੀ ਚੇਤਨ ਕਰਾਇਆ ਕਿ ਦੇਖ ਭਲਿਆ, ਮੌਤ ਹਰ ਘਰ ਦੇ ਅੰਦਰ ਸੁਨੇਹਾ ਲੈ ਕੇ ਜਾਂਦੀ ਏ। ਦੁਨੀਆ ਦਾ ਕੋਈ ਐਸਾ ਘਰ ਨਹੀਂ ਜਿੱਥੇ ਇਹ ਨਾ ਗਈ ਹੋਵੇ। ਗੁਰੂ ਨੂੰ ਮਿਲ ਕੇ ਆਪਣੇ ਆਤਮਿਕ ਜੀਵਨ ਦੇ ਕੰਮ ਸਵਾਰ ਲੈ। ਪਰ ਸੱਚ ਹੀ ਹੈ ਨਾ, ਜੇ ਨਹੀਂ ਸਮਝ ਆਈ ਤੇ ਸਤਿਗੁਰ ਕਹਿੰਦੇ ਨੇ ਮਾਨੁਖ ਬਿਨ ਬੂਝੇ ਬਿਰਥਾ ਆਇਆ। ਬਿਨਾਂ ਸਮਝ ਤੋਂ ਸਤਿਗੁਰ ਕਹਿੰਦੇ ਨੇ ਮਨੁੱਖ ਵਿਅਰਥ ਹੈ। ਜੇ ਸਮਝ ਆ ਗਈ ਅਨੇਕ ਸਾਜ ਸ਼ਿੰਗਾਰ ਬਹੁ ਕਰਤਾ ਜਿਉ ਮਿਰਤਕ ਉਡਾਇਆ। ਪਾਤਸ਼ਾਹ ਕਹਿੰਦੇ ਨੇ ਸਮਝ ਤੋਂ ਬਿਨਾਂ ਜਿੰਨੇ ਮਰਜੀ ਸੰਸਾਰ ਦੇ ਸ਼ਿੰਗਾਰ ਕਰ ਲਏ, ਗੁਰੂ ਦੀ ਨਿਗਾਹ ਦੇ ਵਿੱਚ ਉਹ ਸ਼ਿੰਗਾਰ ਇੰਜ ਨੇ ਜਿਵੇਂ ਕਿਸੇ ਮਰੇ ਹੋਏ ਬੰਦੇ ਨੂੰ ਸ਼ਿੰਗਾਰ ਕੀਤੇ ਜਾਣ। ਕਿਉਂਕਿ ਮਰੇ ਬੰਦੇ ਨੂੰ ਸ਼ਿੰਗਾਰ ਕੀਤੇ ਦਾ ਕੋਈ ਲਾਭ ਨਹੀਂ। ਜਿਹੜਾ ਆਤਮਿਕ ਤੌਰ ਤੇ ਮਰਿਆ ਹੋਇਆ ਹੈ ਉਹ ਬਾਹਰੋਂ ਜਿੰਨੇ ਮਰਜੀ ਸ਼ਿੰਗਾਰ ਕਰ ਲੈ, ਸੱਚ ਵਿੱਚ ਗੁਰੂ ਦੀ ਨਿਗਾਹ ਵਿੱਚ ਉਹ ਵੀ ਪਰਵਾਹ ਨਹੀਂ। ਧੰਨ ਗੁਰੂ ਅਮਰਦਾਸ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਫਿਰ ਚੌਥੇ ਬੰਦ ਵਿੱਚ ਬਚਨ ਕਹੇ ਕਿ ਭਲਿਆ ਮਨ ਮੁਖਤਾਈ ਵਿੱਚ ਨਹੀਂ, ਗੁਰਮੁਖਤਾਈ ਵਿੱਚ ਜੀਵਨ ਨੂੰ ਜਿਉਣਾ ਸ਼ੁਰੂ ਕਰ। ਤੇ ਅੱਜ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ ਮਨ ਗੁਰ ਮਿਲ ਕਾਜ ਸਵਾਰੇ ਹੈ ਮੇਰੇ ਮਨਾ। ਗੁਰੂ ਨੂੰ ਮਿਲ, ਗੁਰੂ ਨੂੰ ਮਿਲ ਕੇ ਆਪਣੇ ਆਤਮਿਕ ਜੀਵਨ ਦੇ ਕੰਮ ਸਵਾਰ ਲੈ। ਆਪਣਾ ਆਤਮਿਕ ਸਫ਼ਰ ਸੁਚੱਜਾ ਬਣਾ ਲੈ, ਸੋਹਣਾ ਬਣਾ ਲੈ। ਜਿਹੜੇ ਗੁਰੂ ਨੂੰ ਮਿਲ ਗਏ, ਵੇਖੋ ਉਹਨਾਂ ਦਾ ਸਫ਼ਰ ਭਾਵੇਂ ਸੰਸਾਰਿਕ ਤਲ ਤੇ ਉਹਨਾਂ ਨੂੰ ਕਿੰਨੀਆਂ ਪੀੜਾਂ ਵਿੱਚ ਲੰਘਣਾ ਪਿਆ, ਪਰ ਜਿਹੜੇ ਗੁਰੂ ਨੂੰ ਮਿਲ ਗਏ ਉਹਨਾਂ ਨੇ ਆਤਮਿਕ ਜੀਵਨ ਦਾ ਸਫ਼ਰ ਚੰਗਾ ਕਰ ਲਿਆ। ਮੈਂ ਇੱਕ ਛੋਟੀ ਜਿਹੀ ਬੇਨਤੀ ਕਰਦਾ ਜਾਵਾਂ, ਗੱਲ ਹੋਰ ਸਮਝ ਵਿੱਚ ਆਏਗੀ। ਜਦੋਂ ਅਸੀਂ ਸ਼੍ਰੀ ਨਨਕਾਣਾ ਸਾਹਿਬ ਜੀ ਦੇ ਸਾਕੇ ਦੀ ਗੱਲ ਕਰਨੇ ਆ, ਉਸ ਸਾਕੇ ਦੇ ਅੰਦਰ ਤਕਰੀਬਨ 150-200 ਗੁਰਸਿੱਖ ਪਿਆਰੇ ਸਿੰਘ ਸਿੰਘਣੀਆਂ ਸ਼ਹੀਦ ਹੋਏ ਸਨ। ਉਹਨਾਂ ਦੇ ਵਿੱਚੋਂ ਇੱਕ ਬੱਚਾ ਸੀ ਜਿੰਦਾ ਨਾਮ ਭਾਈ ਦਰਬਾਰਾ ਸਿੰਘ, ਤੇ ਇਹਦੀ ਉਮਰ ਵੀ ਕੋਈ ਜ਼ਿਆਦਾ ਨਹੀਂ, ਇਤਿਹਾਸਕਾਰ ਲਿਖਦੇ ਨੇ 6-7 ਸਾਲ ਦੀ ਉਮਰ ਸੀ। ਇਹਨੇ ਜਿੱਦ ਕੀਤੀ ਸੀ ਆਪਣੇ ਪਿਤਾ ਭਾਈ ਲਛਮਣ ਦਾਸ ਜੀ ਦੇ ਨਾਲ ਵੀ ਮੈਂ ਵੀ ਜਾਣਾ ਹੈ, ਤੁਸੀਂ ਸ਼ਹੀਦੀਆਂ ਪਾਣ ਚੱਲੇ ਹੋ ਤੇ ਮੈਨੂੰ ਵੀ ਨਾਲ ਲੈ ਕੇ ਜਾਓ, ਮੈਂ ਵੀ ਸ਼ਹੀਦੀ ਪ੍ਰਾਪਤ ਕਰਨੀ ਹੈ। ਮੈਂ ਇੱਕ ਬੇਨਤੀ ਕਰਦੇ ਹਾਂ, ਸਾਧ ਸੰਗਤ ਗੱਲ ਸ਼ਾਇਦ ਸਮਝ ਵਿੱਚ ਆ ਜਾਏ। ਅੱਜ ਅਸੀਂ ਜਿਸ ਪਦਾਰਥਵਾਦੀ ਯੁੱਗ ਵਿੱਚ ਜੀ ਰਹੇ ਹਾਂ, ਇੱਥੇ ਬੱਚਿਆਂ ਨੂੰ ਸਮਝਾਉਣਾ ਤੇ ਬੱਚਿਆਂ ਨੂੰ ਪ੍ਰੇਰਨਾ ਬੜਾ ਜ਼ਰੂਰੀ ਹੈ। ਜੇ ਸੱਚ ਵਿੱਚ ਬੱਚੇ ਸੰਸਾਰ ਦੇ ਇਹ ਪਦਾਰਥਵਾਦੀ ਯੁੱਗ ਵਿੱਚ ਇਹਨਾਂ ਕਰਮਾਂ ਦੇ ਵਿੱਚ ਗੁਲਤਾਨ ਹੋ ਗਏ, ਬਾਅਦ ਵਿੱਚ ਪਛਤਾਣ ਦਾ ਕੋਈ ਫਾਇਦਾ ਨਹੀਂ ਜੇ। ਬੱਚਿਆਂ ਨੂੰ ਗੁਰਸਿੱਖੀ ਜੀਵਨ ਨਾਲ ਜੋੜੀਏ, ਉਹਨਾਂ ਨੂੰ ਜੀਵਨ ਦੀ ਇੰਪੋਰਟੈਂਸ ਦਸੀਏ, ਉਹਨਾਂ ਨੂੰ ਗੁਰੂ ਦੀ ਇੰਪੋਰਟੈਂਸ ਦਸੀਏ, ਗੁਰੂ ਦਾ ਜੀਵਨ ਦੇ ਵਿੱਚ ਕੀ ਮਹੱਤਵ ਹੈ ਉਹਨਾਂ ਨੂੰ ਦਸੀਏ। ਜੇ ਦੱਸਣ ਵਿੱਚ ਕਾਮਯਾਬ ਹੋ ਗਏ, ਸੱਚ ਜਾਣੇ ਉਹਨਾਂ ਦਾ ਜੀਵਨ ਇੰਨਾ ਸੋਹਣਾ ਬਣ ਜਾਏਗਾ ਕਿ ਉਹਨਾਂ ਦੇ ਜੀਵਨ ਤੋਂ ਪੂਰੀ ਦੁਨੀਆ ਕੁਰਬਾਨ ਜਾਏਗੀ। ਭਾਈ ਦਰਬਾਰਾ ਸਿੰਘ ਸਿਰਫ ਮਾਂ ਨੇ, ਬਚਪਨ ਵਿੱਚ ਮਾਂ ਵੀ ਚਲੀ ਗਈ ਤੇ ਇਹਦੀ ਦਾਦੀ ਨੇ ਇਹਨੂੰ ਪਾਲਿਆ ਸੀ। ਪਾਲਿਆ ਵੇਖੋ ਕਿੰਨੇ ਔਖੇ ਢੰਗ ਨਾਲ, ਰੂਹ ਪੂਣੀਆਂ ਭੇ ਕੇ ਮੂੰਹ ਦੇ ਵਿੱਚ ਦੁੱਧ ਪਾਣਾ ਤੇ ਇਹਨੂੰ ਆਹਾਰ ਦੇਣਾ। ਵੇਖੋ ਦਾਦੀ ਨੇ ਨਾਲੇ ਜਿਵੇਂ ਜਿਵੇਂ ਵੱਡਾ ਹੋਇਆ, ਦਾਦੀ ਨੇ ਨਾਲੇ ਸਾਹਿਬਜ਼ਾਦਿਆਂ ਦੀਆਂ ਗੱਲਾਂ ਸੁਣਾਣੀਆਂ, ਨਾਲੇ ਸੰਸਾਰ ਦੇ ਵਿਹਾਰਕਾਰ ਨਾਲ ਜੋੜਨਾ। ਹੁਣ ਅੰਦਰ ਪਿਆਰ ਇੰਨਾ ਬਣ ਗਿਆ ਗੁਰਸਿੱਖੀ ਪ੍ਰਤੀ ਕਿ ਜਿੱਦਣ ਪਿਓ ਚੱਲਿਆ ਉਦਣ ਕਹਿੰਦਾ ਮੈਂ ਵੀ ਤੁਹਾਡੇ ਨਾਲ ਜਾਣਾ। ਤੇ ਤੁਹਾਨੂੰ ਸ਼ਾਇਦ ਪਤਾ ਹੋਵੇ ਸਾਧ ਸੰਗਤ, ਆਪ ਇਤਿਹਾਸ ਪੜ੍ਹਨ ਵਾਲੇ ਹੋ, ਜਿਸ ਦਿਨ ਇਹਨਾਂ ਗੁਰਸਿੱਖਾਂ ਦੀ ਨਨਕਾਣਾ ਸਾਹਿਬ ਜੀ ਦਾ ਸਾਕਾ ਵਾਪਰਿਆ, ਇਸ ਬੱਚੇ ਦੀ ਭਾਈ ਦਰਬਾਰਾ ਸਿੰਘ ਦੀ ਵੀ ਸ਼ਹਾਦਤ ਉੱਥੇ ਹੋਈ ਸੀ। ਮੇਰੇ ਸਤਿਗੁਰ ਕਹਿੰਦੇ ਨੇ ਸਵਾਰ ਲੈ ਆਪਣਾ ਜੀਵਨ ਸਵਰ ਜਾਏਗਾ ਤੇ ਭਾਵੇਂ ਛੋਟਾ ਹੀ ਕਿਉਂ ਨਾ ਹੋਵੇ, ਉਹ ਛੋਟਾ ਜੀਵਨ ਵੀ ਸੱਚ ਵਿੱਚ ਇਸ ਸੰਸਾਰ, ਇਸ ਜਗਤ ਦੇ ਅੰਦਰ ਉਸ ਕਰਤੇ ਦੇ ਘਰ ਵਿੱਚ ਤੈਨੂੰ ਪ੍ਰਵਾਨਗੀ ਦੇਗਾ। ਰਹਿੰਦੀ ਦੁਨੀਆ ਤੱਕ ਤੈਨੂੰ ਯਾਦ ਕੀਤਾ ਜਾਏਗਾ। ਤੇ ਜੇ ਜੀਵਨ 100 ਸਾਲ ਦਾ ਵੀ ਭੋਗ ਕੇ ਚਲਾ ਗਿਆ ਪਰ ਕੀਤਾ ਕੁਝ ਨਾ। ਕਿਸੇ ਅਦੀਬ ਦੇ ਬੜੇ ਪਿਆਰੇ ਬੋਲ ਨੇ, ਉਹ ਕਹਿੰਦਾ किसी की 100 बरस की जिंदगी में कोई काम नहीं होता, पर किसी की 2 बरस की जिंदगी 100 काम करती है। ਸਾਹਿਬਜ਼ਾਦਿਆਂ ਦੀ ਉਮਰ ਕਿੰਨੀ?
ਪਾਤਸ਼ਾਹ ਕਹਿੰਦੇ ਨੇ ਮਨ ਗੁਰਮਿਲ ਕਾਜ ਸਵਾਰੇ, ਮੇਰੇ ਮਨਾ ਗੁਰੂ ਨੂੰ ਮਿਲ ਜੀਵਨ ਦੇ ਆਤਮਿਕ ਜੀਵਨ ਦੇ ਕੰਮ ਸਵਾਰ ਲੈ। ਫਿਰ ਪਾਤਸ਼ਾਹ ਜੀ ਪਹਿਲੇ ਬੰਦ ਵਿੱਚ ਕਹਿੰਦੇ ਨੇ ਕਰੋ ਬੇਨੰਤੀ। ਵੇਖੋ ਹੁਣ ਤੇ ਸਤਿਗੁਰ ਨੇ ਕੋਈ ਆਰਡਰ ਨਹੀਂ ਕੀਤਾ, ਪਾਤਸ਼ਾਹ ਜੀ ਬੜੇ ਪਿਆਰ ਨਾਲ ਬੇਨਤੀ ਕਰਕੇ ਕਹਿੰਦੇ ਨੇ ਸੁਣੋ ਮੇਰੇ ਮੀਤਾ, हे ਮੇਰੇ ਮਿੱਤਰ ਮੇਰੀ ਇੱਕ ਬੇਨਤੀ ਸੁਣ। ਦੇਖੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਆਪ ਵਿੱਚੋਂ ਜਿਹੜੇ ਸੱਜਣ ਪੜ੍ਹਨ ਵਾਲੇ ਨੇ, ਮੇਰੇ ਸਤਿਗੁਰ ਨੇ ਕਿਤੇ ਪਿਆਰ ਨਾਲ ਝਿੜਕਿਆ ਵੀ ਬੜਾ ਹੈ, ਕਿਤੇ ਮੇਰੇ ਸਤਿਗੁਰ ਨੇ ਬੜੇ ਪਿਆਰ ਦੇ ਨਾਲ ਸਮਝਾਇਆ ਹੈ, ਤੇ ਕਿਤੇ ਮੇਰੇ ਦਾਤਾਰ ਪਿਤਾ ਨੇ ਫਿਰ ਬੇਨਤੀ ਕਰਕੇ ਵੀ ਆਖਿਆ ਵੀ ਭਲਿਆ ਸੁਣ ਲੈ, ਇਹ ਜੀਵਨ ਮਾਲਕ ਦੀ ਕਿਰਪਾ ਨਾਲ ਤੈਨੂੰ ਮਿਲਿਆ, ਇਹਨੂੰ ਸਵਾਰ ਲੈ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕਰੋ ਬੇਨੰਤੀ ਸੁਣੋ ਮੇਰੇ ਮੀਤਾ, हे ਮੇਰੇ ਮਿੱਤਰ ਸੁਣ। ਸੰਤ ਟਹਿਲ ਕੀ ਬੇਲਾ, ਇਹ ਤੇ ਸ਼ਬਦ ਬੇਲਾ ਹੈ, ਬੱਬੇ ਨਾਲ, ਵੇਲਾ ਨਹੀਂ ਪੜਨਾ ਹੈ, ਕਿਉਂਕਿ ਗੁਰਮੁਖੋ ਬਾਣੀ ਨੂੰ ਵੇਖਿਆਂ ਤੋਂ ਬਿਨਾਂ ਜਦੋਂ ਅਸੀਂ ਸੁਣ ਕੇ ਉਹਦਾ ਉਚਾਰਨ ਕਰਨੇ ਆ, ਕਈ ਵਾਰੀ ਅਸੀਂ ਗਲਤ ਉਚਾਰਨ ਨੂੰ ਜੀਵਨ ਦੇ ਅੰਦਰ ਇੰਨਾ ਕੁ ਰੱਟ ਲੈਂਦੇ ਆ ਕਿ ਉਹ ਉਚਾਰਨ ਹੀ ਸਦਾ ਲਈ ਸਾਡੀ ਰਸਨਾ ਤੇ ਬਹਿ ਜਾਂਦਾ ਹੈ, ਉਹਨੂੰ ਫਿਰ ਬਦਲਣਾ ਬੜਾ ਔਖਾ ਹੁੰਦਾ। ਇਸ ਕਰਕੇ ਬਾਣੀ ਨੂੰ ਪੜ੍ਹਨ ਲੱਗਿਆਂ ਉਚਾਰਨ ਦਾ ਧਿਆਨ ਰੱਖਣਾ ਬੜਾ ਜ਼ਰੂਰੀ ਹੈ। ਬੇਲਾ ਦਾ ਭਾਵ ਹੈ ਸਮਾਂ। ਪਾਤਸ਼ਾਹ ਕਹਿੰਦੇ ਨੇ ਇਹ ਜਿਹੜਾ ਸਮਾਂ ਹੈ ਇਹ ਰੱਬ ਦੇ ਪਿਆਰਿਆਂ ਦੀ ਸੇਵਾ ਕਰਨ ਦਾ ਸਮਾਂ ਹੈ, ਇਹ ਗੁਰੂ ਦੀ ਸੇਵਾ ਕਰਨ ਦਾ ਸਮਾਂ ਹੈ। ਤੇ ਗੁਰੂ ਦੀ ਸੇਵਾ ਕਿਹੜੀ ਹੈ? ਗੁਰੂ ਦੇ ਹੁਕਮ ਨੂੰ ਮੰਨਣਾ ਹੀ ਗੁਰੂ ਦੀ ਸੇਵਾ ਹੈ। ਧਿਆਨ ਦੇਣਾ, ਇੱਕ ਬੇਨਤੀ ਮੈਂ ਕਰੀ ਜਾਵਾਂ ਨਾਲ ਨਾਲ, ਅਸੀਂ ਗੁਰੂ ਘਰ ਦੇ ਵਿੱਚ ਹੱਥੀਂ ਸੇਵਾ ਕਰਨ ਨੂੰ ਬੜੀ ਮਹਾਨਤਾ ਹੈ ਸਿੱਖ ਧਰਮ ਦੇ ਅੰਦਰ। ਦੁਨੀਆ ਦੇ ਅੰਦਰ ਬੜੀਆਂ ਵਿਪਦਾਵਾਂ ਹੁੰਦੀਆਂ ਨੇ, ਸੱਚ ਵਿੱਚ ਉਹਨਾਂ ਵਿਪਦਾਵਾਂ ਦੇ ਅੰਦਰ ਸਰਕਾਰਾਂ ਫੇਲ ਹੋ ਜਾਂਦੀਆਂ ਨੇ, ਪਰ ਗੁਰੂ ਨਾਨਕ ਦਾ ਸਰਦਾਰ ਕਦੀ ਫੇਲ ਨਹੀਂ ਹੁੰਦਾ। ਸਰਕਾਰਾਂ ਹੱਥ ਖੜੇ ਕਰ ਜਾਂਦੀਆਂ ਨੇ, ਪਰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਉੱਥੇ ਵੀ ਅਡਿੱਗ ਖੜਾ ਹੁੰਦਾ ਹੈ, ਕਿਉਂਕਿ ਗੁਰੂ ਦੀ ਥਾਪਨਾ ਇਹਨੂੰ। ਪਰ ਸਾਧ ਸੰਗਤ ਦੀ ਸੇਵਾ ਜੇ ਗੁਰੂ ਦੇ ਹੁਕਮ ਨੂੰ ਕਮਾ ਕੇ ਕੀਤੀ ਜਾਏ ਤੇ ਸਫਲੀ ਹੈ, ਨਹੀਂ ਤੇ ਖਿਆਲ ਕਰਿਓ ਲੰਗਰ ਹਾਲ ਵਿੱਚ ਸੇਵਾ ਕਰਦਿਆਂ ਹੋਇਆਂ ਵੀ ਇੱਕ ਦੂਜੇ ਨੂੰ ਕੜਛੀਆਂ ਤੇ ਬਾਲਟੀਆਂ ਚਲਾਉਂਦੇ ਵੇਖਿਆ ਮੈਂ। ਹੰਕਾਰ ਬਣ ਗਈ ਨਾ, ਹਉਮੈ ਬਣ ਗਈ। ਆ ਤੁਸੀਂ ਵੇਖ ਲਓ, ਜਦੋਂ ਕਿਤੇ ਇਲੈਕਸ਼ਨ ਹੁੰਦੇ ਨੇ, ਕਿਤੇ ਸ਼ਰਾਬਾਂ ਵੰਡੀਆਂ ਜਾਂਦੀਆਂ ਨੇ, ਕਿਤੇ ਤੋਹਮਤਾਂ ਲਾਈਆਂ ਜਾਂਦੀਆਂ ਨੇ, ਪਤਾ ਨਹੀਂ ਕੀ ਕੁਝ ਕੀਤਾ ਜਾਂਦਾ ਹੈ। ਭਲਿਓ ਗੁਰੂ ਘਰ ਦੀ ਤੁਸੀਂ ਸੇਵਾ ਕਰਨੀ ਹੈ, ਸੇਵਾ ਕਿਸੇ ਦੀ ਟੰਗ ਖਿੱਚ ਕੇ ਨਹੀਂ ਕੀਤੀ ਜਾਂਦੀ, ਸੇਵਾ ਸਰਬੱਤਰ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਕੀਤੀ ਜਾਂਦੀ ਹੈ। ਇਹ ਗੱਲਾਂ ਨੂੰ ਸਮਝੀਏ ਆਪਣੇ ਜੀਵਨ ਵਿੱਚ। ਅਸਲ ਵਿੱਚ ਉਹਨਾਂ ਸੇਵਾ ਨਹੀਂ ਕਰਨੀ ਜਿਹੜੇ ਟੰਗਾਂ ਖਿੱਚਦੇ ਤੇ ਸ਼ਰਾਬਾਂ ਵੰਡਦੇ ਨੇ, ਉਹਨਾਂ ਤੇ ਆਪਣਾ ਪੋਲੀਟੀਕਲ ਕੈਰੀਅਰ ਜਿਹੜਾ ਹੈ ਉਹਨੂੰ ਬਣਾਉਣਾ ਹੁੰਦਾ ਹੈ। ਬਸ ਗੁਰਦੁਆਰਾ ਉਹਨਾਂ ਲਈ ਇੱਕ ਪੌੜੀ ਬਣ ਗਿਆ, ਗੁਰਦੁਆਰੇ ਤੋਂ ਨਿਕਲ ਕੇ ਫਿਰ ਅੱਗੇ ਇਲੈਕਸ਼ਨਾਂ ਤੱਕ, MLA ਦੇ ਇਲੈਕਸ਼ਨਾਂ ਤੱਕ ਉਹ ਜਾਂਦੇ ਨੇ। ਸਾਡੇ ਸਾਹਮਣੇ ਪ੍ਰਤੱਖ ਉਦਾਹਰਨਾਂ ਨੇ। ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ਹੁੰਦੀ, ਪਰ ਪਤਾ ਨਹੀਂ ਅਸੀਂ ਕਿਉਂ ਨਹੀਂ ਸਮਝਣਾ ਚਾਹੁੰਦੇ, ਕਿਉਂ ਆਪਣੀਆਂ ਅੱਖਾਂ ਬੰਦ ਕਰਕੇ ਸਭ ਕਾਸੇ ਨੂੰ ਵੇਖ ਕੇ ਫਿਰ ਉਸੇ ਪਾਸੇ ਡਿੱਗਦੇ ਹਾਂ। ਖੈਰ ਇਹ ਵਿਸ਼ਾ ਨਹੀਂ, ਪਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ ਈ ਹਾਂ ਖਾਟ, ਇਸ ਜਗਤ ਦੇ ਅੰਦਰ, ਇਸ ਸਮੇਂ ਦੇ ਅੰਦਰ ਜੋ ਤੂੰ ਕਮਾਏਗਾ, ਖਾਟ ਦਾ ਮਤਲਬ ਹੁੰਦਾ ਹੈ ਖੱਟਣਾ, ਕਮਾਣਾ। ਚਲੋ ਹਰ ਲਾਹਾ, ਸਤਿਗੁਰ ਕਹਿੰਦੇ ਨੇ ਉਹ ਲਾਭ ਲੈ ਕੇ ਤੂੰ ਫਿਰ ਅੱਗੇ ਜਦੋਂ ਜਾਏਗਾ, ਆਗੇ ਬਸਨ ਸੁਹੇਲਾ, ਅੱਗੇ ਤੇਰਾ ਵਸਣਾ ਸੌਖਾ ਹੋ ਜਾਏਗਾ। ਧਿਆਨ ਦੇਣਾ, ਇੱਥੇ ਬੰਦੇ ਨੇ ਪੂੰਜੀ ਕਮਾਈ ਹੋਵੇ ਨਾ, ਅੱਗੇ ਉਹਨੂੰ ਜੀਵਨ ਦੇ ਵਿੱਚ ਫਿਕਰ ਨਹੀਂ ਹੁੰਦਾ। ਅਸੀਂ ਜਿੰਨੇ ਬੈਠੇ ਹਾਂ ਸਾਧ ਸੰਗਤ, ਨੌਕਰੀ ਕਰਦਾ ਹੈ, ਕੋਈ ਬਿਜ਼ਨਸ ਕਰਦਾ ਹੈ, ਕੋਈ ਕਿਸੇ ਢੰਗ ਦੇ ਕਾਰਜ ਕਰਦਾ ਹੈ, ਪਰ ਕਾਰਜ ਕਰਕੇ ਬੰਦਾ ਕੁਝ ਪੈਸੇ ਜੋੜ ਕੇ ਰੱਖਦਾ ਵੀ ਕੱਲ ਨੂੰ ਜਿੱਦਣ ਬੁਢੇਪਾ ਆਏਗਾ ਉਹਦਨੇ ਮਾਇਆ ਮੇਰੇ ਕੰਮ ਆਏਗੀ। ਕਿਉਂਕਿ ਜਾਂ ਕੱਲ ਨੂੰ ਕੋਈ ਮੁਸੀਬਤ, ਦੁੱਖ, ਪੀੜਾ ਆ ਜਾਏ, ਕੋਈ ਰੋਗ ਅੰਦਰੋਂ ਜਨਮ ਲੈ ਲਏ, ਉਸ ਵੇਲੇ ਮਾਇਆ ਕੰਮ ਆਏਗੀ। ਉਹ ਮਾਇਆ ਜੋੜੀ ਹੋਈ ਬੰਦੇ ਦੇ ਜੀਵਨ ਦੇ ਅੰਦਰ ਉਸ ਵਕਤ ਕੰਮ ਆਉਂਦੀ ਜਦੋਂ ਬੰਦੇ ਨੂੰ ਜ਼ਰੂਰਤ ਹੋਵੇ। ਸਤਿਗੁਰ ਕਹਿੰਦੇ ਨੇ ਤੂੰ ਨਾਮ ਦੀ ਪੂੰਜੀ ਜੋੜ ਲੈ, ਸੱਚ ਜਾਣੀ ਜਿਦਨੇ ਸੰਸਾਰ ਜਗਤ ਤੋਂ ਰੱਬ ਦੇ ਘਰ ਵਿੱਚ ਜਾਏਗਾ, ਉੱਥੇ ਤੇਰਾ ਵਸਣਾ ਸੌਖਾ ਹੋ ਜਾਏਗਾ, ਕਿਉਂਕਿ ਉੱਥੇ ਇਹੀ ਪੂੰਜੀ ਹੈ ਜਿਹੜੀ ਤੇਰੇ ਨਾਲ ਜਾਣੀ ਹੈ। ਤਾਂ ਹੀ ਗੁਰੂ ਅਰਜਨ ਸਾਹਿਬ ਜੀ ਨੇ ਬਾਣੀ ਵਿੱਚ ਕਿਹਾ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਤਾਂ ਹੀ ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ ਨੇ ਮੇਰੇ ਮਾਲਕ ਜੀ ਸੱਚ ਇਹੀ ਹੈ, ਇੱਥੇ ਕਮਾਇਆ ਧਨ ਬੰਦੇ ਦਾ ਇੱਥੇ ਹੀ ਰਹਿ ਜਾਂਦਾ ਹੈ।
ਜਿਹੜਾ ਸਵਾਸਾਂ ਦੇ ਨਾਲ ਨਾਮ ਦਾ, ਪ੍ਰਮਾਤਮਾ ਦਾ ਨਾਮ ਵਿਹਾਜਿਆ, ਉਹੀ ਅੱਗੇ ਕੰਮ ਆਉਂਦਾ ਹੈ। ਸਾਹਿਬਾਂ ਦੀ ਪਾਵਨ ਬਾਣੀ ਵਿੱਚੋਂ ਤੁਸੀਂ ਕਿੰਨੇ ਬਚਨ ਪੜ੍ਹਦੇ ਹੋ। ਗੁਰਦੇਵ ਪਿਤਾ ਜੀ ਕਹਿੰਦੇ ਨੇ, ਇਹਾਂ ਖਾਟ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ। ਫਿਰ ਸਾਹਿਬ ਜੀ ਦੂਜੇ ਬੰਦ ਵਿੱਚ ਕਹਿੰਦੇ ਨੇ, ਇਹ ਸੰਸਾਰ ਵਿਕਾਰ ਸੰਸੇ ਮੈਂ। ਇਹ ਜਿਹੜਾ ਸੰਸਾਰ ਹੈ, ਸਤਿਗੁਰੂ ਕਹਿੰਦੇ ਨੇ ਇੱਥੇ ਬਹੁਤ ਵਿਕਾਰ ਵੀ ਨੇ। ਵਿਕਾਰ ਦਾ ਮਤਲਬ ਹੈ ਬੜੇ ਕਾਮ, ਕ੍ਰੋਧ, ਲੋਭ, ਮੋਹ ਵਰਗੀਆਂ ਹਨੇਰੀਆਂ ਸਦਾ ਝੁੱਲਦੀਆਂ ਨੇ। ਐਸਾ ਨਹੀਂ ਹੈ ਵੀ ਇੱਥੇ ਸਦਾ ਬੰਦੇ ਦੇ ਜੀਵਨ ਵਿੱਚ ਇੱਕੋ ਵਰਗਾ ਸਮਾਂ ਰਹਿੰਦਾ, ਨਹੀਂ। ਸਮਾਂ ਤਬਦੀਲ ਹੁੰਦਾ ਹੈ, ਬਦਲਦਾ ਹੈ। ਸਮੇਂ ਦੇ ਅੰਦਰ ਦੀਆਂ ਪ੍ਰਸਥਿਤੀਆਂ ਬਦਲਦੀਆਂ ਨੇ। ਪਰ ਇੱਕ ਗੱਲ ਚੇਤੇ ਰੱਖਿਓ, ਸਤਿਗੁਰ ਕਹਿੰਦੇ ਨੇ, ਇਸ ਵਿਕਾਰ ਭਰੇ ਸੰਸਾਰ ਦੇ ਅੰਦਰ, ਜਿੰਦੇ ਅੰਦਰ ਅਨੇਕਾਂ ਸੰਸੇ ਨੇ, ਚਿੰਤਾਵਾਂ ਨੇ, ਇਹਦੇ ਅੰਦਰ ਤਰਿਓ ਬ੍ਰਹਮ ਗਿਆਨੀ। ਜਿਹਨੂੰ ਬ੍ਰਹਮ ਦਾ ਗਿਆਨ ਹੋ ਗਿਆ, ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਉਹੀ ਤਰਦਾ ਹੈ। ਬ੍ਰਹਮ ਗਿਆਨੀ ਦਾ ਮਤਲਬ ਹੈ ਜਿਹਨੂੰ ਬ੍ਰਹਮ ਦਾ ਗਿਆਨ, ਰੱਬ ਦਾ ਗਿਆਨ ਹੋ ਗਿਆ। ਤੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਕਿਰਪਾ ਕਰਕੇ ਸਾਨੂੰ ਬ੍ਰਹਮ ਦਾ ਗਿਆਨ ਹੀ ਤੇ ਦਿੰਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਰੋਜ਼ ਪੜ੍ਹਦੇ ਹੋ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਹਰ ਪੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਇਹ ਬ੍ਰਹਮ ਗਿਆਨ ਹੈ। ਸਤਿਗੁਰ ਕਹਿੰਦੇ ਨੇ, ਤਰੇਗਾ ਜਿੰਦੇ ਕੋਲ ਜੀਵਨ ਦੀ ਆ ਜੁਗਤ ਹੈ, ਉਸਤਤ ਨਿੰਦਾ ਦੋ ਤਿਆਗੈ ਖੋਜੈ ਪਦ ਨਿਰਮਾਨਾ। ਜਿੰਦੇ ਕੋਲ ਆ ਗਿਆਨ ਹੈ, ਫਿਰ ਉਹ ਕਹਿੰਦਾ, ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੈ ਉਡਾਨੀ ਭ੍ਰਮ ਕੀ ਟਾਟੀ ਰਹਿ ਨਾ ਮਾਇਆ ਬਾਂਦੀ। ਉਹ ਕਹਿੰਦਾ, ਭਾਈ ਮੇਰੇ ਅੰਦਰ ਹੁਣ ਹਨੇਰੀ ਆ ਗਈ ਗਿਆਨ ਦੀ, ਹੁਣ ਇਹਦੇ ਸਾਹਮਣੇ ਕੋਈ ਵਿਕਾਰ ਨਹੀਂ ਟਿਕ ਸਕਦਾ। ਵਿਕਾਰ ਉੱਥੇ ਟਿਕੇਗਾ ਜਿੱਥੇ ਰੱਬੀ ਗਿਆਨ ਨਹੀਂ। ਜਿੱਥੇ ਗਿਆਨ ਹੈ, ਵਿਕਾਰ ਅੰਦਰ ਪੈਦਾ ਹੀ ਨਹੀਂ ਹੋ ਸਕਦਾ, ਕਿਉਂਕਿ ਗਿਆਨ ਦੀ ਹਨੇਰੀ ਉਹਨੂੰ ਟਿਕਣ ਹੀ ਨਹੀਂ ਦੇਗੀ। ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ, ਇਹ ਸੰਸਾਰ ਵਿਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ। ਜਿਸ ਹੈ ਜਗਾਏ ਪਿਆਵੇ ਇਹ ਰਸ। ਜਿਹਨੂੰ ਗੁਰੂ ਆਪ ਕਿਰਪਾ ਕਰਕੇ ਜਗਾ ਦੇ। ਆਹ ਗੱਲ ਬੜੀ ਸਮਝਣ ਵਾਲੀ ਹੈ ਸਾਧ ਸੰਗਤ। ਇਹਦਾ ਮਤਲਬ ਹੈ ਵੀ ਮਨੁੱਖ ਆਪਣੇ ਆਪ ਨਹੀਂ ਜਾਗੇਗਾ, ਆਪਣੇ ਆਪ ਸੁਰਤ ਕਰਕੇ, ਸ਼ਬਦ ਕਰਕੇ ਗੁਰੂ ਨੇ ਜਗਾਣਾ ਹੈ। ਇਹਨੇ ਤੇ ਆਪਣੇ ਤਨ ਨੂੰ ਗੁਰੂ ਦੇ ਚਰਨਾਂ ਤੱਕ ਲੈ ਕੇ ਆਣਾ ਹੈ। ਇੱਕ ਉਦਮ ਇਹਨੇ ਆਪਣੇ ਜੀਵਨ ਵਿੱਚ ਕਰਨਾ ਹੈ, ਗੁਰੂ ਦੇ ਚਰਨਾਂ ਨੂੰ ਪਕੜਨਾ ਹੈ, ਗੁਰੂ ਦੇ ਉਪਦੇਸ਼ ਨਾਲ ਜੁੜਨਾ ਹੈ। ਬਸ ਜਿੱਦਣ ਸਤਿਗੁਰ ਦਾ ਤਰਸ ਹੋਇਆ, ਇਹਦਾ ਜੁੜਿਆ ਹੋਇਆ ਸਤਿਗੁਰ ਜੀ ਇਹਨੂੰ ਜਗਾ ਕੇ ਆਪਣੇ ਸਦਾ ਲਈ ਆਪਣੇ ਚਰਨਾਂ ਨਾਲ ਜੋੜ ਦੇਣਗੇ। ਇਹ ਸਿਰਫ ਇੱਕ ਪੈਂਡਾ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਈ ਲੈ। ਤੇ ਸੱਚ ਵੱਲ ਇੱਕ ਕਦਮ ਪੱਟ, ਤੈਨੂੰ ਸੱਚ ਇੰਨਾ ਮਿੱਠਾ ਲੱਗੇਗਾ ਕਿ ਹਜ਼ਾਰਾਂ ਕਦਮ ਅੱਗੇ ਤੂੰ ਆਪ ਉਸ ਸੱਚ ਨੂੰ ਗਲਵਕੜੀ ਵਿੱਚ ਲੈ ਕੇ ਚੱਲੇਗਾ। ਗੁਰੂ ਦੇ ਚਰਨਾਂ ਵੱਲ ਤੂੰ ਤੁਰਤੇ ਸੀ। ਸਾਹਿਬ ਕਹਿੰਦੇ ਨੇ, ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ। ਜਿਸੇ ਜਗਾਏ ਪਿਆ ਮੈਂ ਇਹ ਰਸ, ਅਕਥ ਕਥਾ ਤਿਨ ਜਾਨੀ। ਜਿਹਨੂੰ ਸਤਿਗੁਰ ਜੀ ਜਗਾ ਦੇ, ਜਿੰਦੇ ਅੰਦਰ ਇਹ ਪਿਆਰ ਪੈਦਾ ਹੋ ਜਾਏ, ਇਹ ਰਸ ਪੈਦਾ ਹੋ ਜਾਏ। ਅਕਥ ਕਥਾ ਤਿਨ ਜਾਨੀ। ਅਕਥ ਦਾ ਮਤਲਬ ਹੈ ਜਿਹਨੂੰ ਕਥਿਆ ਨਾ ਜਾਏ, ਤੇ ਕਥਾ ਦਾ ਮਤਲਬ ਹੈ ਕਥਨਾ, ਬੋਲਣਾ। ਇਹ ਜਿਹੜੀਆਂ ਪ੍ਰਮਾਤਮਾ ਦੀਆਂ, ਰੱਬ ਦੀਆਂ ਨਾ ਕਥੀਆਂ ਜਾਣ ਵਾਲੀਆਂ ਗੱਲਾਂ ਨੇ, ਫਿਰ ਗੁਰੂ ਕਿਰਪਾ ਕਰਕੇ ਇਹਨਾਂ ਨਾ ਕਥੀਆਂ ਜਾਣ ਵਾਲੀਆਂ ਗੱਲਾਂ ਨੂੰ ਵੀ ਸਤਿਗੁਰ ਜਣਾ ਦਿੰਦਾ ਹੈ। ਅੰਦਰ ਬੰਦੇ ਦੇ ਸੋਝੀ ਪੈਦਾ ਕਰ ਦਿੰਦੇ ਨੇ। ਸਤਿਗੁਰ ਗਿਆਨ ਪੈਦਾ ਕਰ ਦਿੰਦਾ ਹੈ, ਐਸੀ ਸਮਰੱਥਾ ਦੇ ਦਿੰਦਾ ਹੈ। ਗੁਰੂ ਰਾਮਦਾਸ ਪਿਤਾ ਜੀ, ਜਿਨ੍ਹਾਂ ਨੇ ਬਚਪਨ ਵਿੱਚ ਸਾਨੂੰ ਕਿਤੇ ਨਹੀਂ ਮਿਲਦਾ, ਗੁਰੂ ਰਾਮਦਾਸ ਪਾਤਸ਼ਾਹ ਜੀ, ਨਾ ਲਾਹੌਰ ਦੀ ਧਰਤੀ, ਨਾ ਬਸਰਕੇ ਦੀ ਧਰਤੀ। ਇਹਨਾਂ ਜ਼ਰੂਰ ਮਿਲਦਾ ਵੀ ਜਿੱਦਣ ਸਤਿਗੁਰੂ ਬਸਰਕੇ ਦੀ ਧਰਤੀ ਤੇ ਆਏ, ਘੁੰਗਣੀਆਂ ਨਾਨੀ ਛੋਲੇ ਉਬਾਲ ਕੇ ਘੁੰਗਣੀਆਂ ਦਿੰਦੀ ਸੀ, ਛਾਬੜੇ ਵਿੱਚ ਵੇਚ ਕੇ ਆਉਂਦੇ ਸਨ। ਕਿਤੇ ਨਹੀਂ ਪੜਿਆ ਆਪਾਂ, ਕਿਸੇ ਇਤਿਹਾਸਕਾਰ ਨੇ ਨਹੀਂ ਲਿਖਿਆ ਵੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਕੋਈ ਐਜੂਕੇਸ਼ਨ, ਕੋਈ ਸਿੱਖਿਆ ਹੋਈ। ਪਰ ਸੱਚ, ਉਹਨਾਂ ਗੁਰੂ ਨਾਨਕ ਦੇ ਘਰ ਵਿੱਚੋਂ ਜਿਹੜੀ ਸਿੱਖਿਆ ਲਈ, ਉਸ ਸਿੱਖਿਆ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਇੰਨਾ ਕਾਬਲ ਬਣਾ ਦਿੱਤਾ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ 30 ਰਾਗਾਂ ਦੇ ਵਿੱਚ ਅੰਮ੍ਰਿਤ ਬਾਣੀ ਨੂੰ ਉਚਾਰਨ ਕਰਦੇ ਪਏ ਨੇ। ਸਾਧ ਸੰਗਤ, ਜਿਸੈ ਜਗਾਏ ਪਿਆਵੇ ਇਹ ਰਸ, ਅਕਥ ਕਥਾ ਤਿਨ ਜਾਨੀ। ਪਾਤਸ਼ਾਹ ਕਹਿੰਦੇ ਨੇ, ਜਾਂ ਕੋ ਆਏ ਸੋਈ ਬਿਹਾਜੋ। ਸਤਿਗੁਰ ਕਹਿੰਦੇ ਨੇ, ਜਾਂ ਕੋ ਆਏ।
ਇੱਥੇ ਬਚਨਾਂ ਨੂੰ ਸਮਝਣਾ ਪਏਗਾ। ਜੋ ਇਸ ਸੰਸਾਰ ਦੇ ਅੰਦਰ ਆਇਆ ਹੈ, ਜਿਸ ਕੰਮ ਵਾਸਤੇ ਆਇਆ ਹੈ, ਜਾਂ ਕੋ ਆਏ ਜਿਸ ਕੰਮ ਲਈ ਤੂੰ ਆਇਆ ਹੈ, ਸੋਈ ਬਿਹਾਜੋ। ਸਤਿਗੁਰ ਕਹਿੰਦੇ ਨੇ ਉਹਨੂੰ ਬਿਹਾਜ। ਹੁਣ ਬੰਦਾ ਕਹਿੰਦਾ ਵੀ ਕਿਹੜੇ ਕੰਮ ਆਇਆ? ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਤੁਸੀਂ ਰੋਜ਼ ਪੜ੍ਹਦੇ ਹੋ, ਭਈ ਪ੍ਰਾਪਤ ਮਾਨੁਖ ਦੇ ਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਸ ਸੰਸਾਰ ਦੇ ਰਜੋ ਸਤੋ ਤੇ ਤਮੋ ਗੁਣ ਦੇ ਅੰਦਰ ਬੰਦਾ ਭੁੱਲਿਆ ਮਾਇਆ ਦੇ ਤ੍ਰੈ ਗੁਣੀ ਪ੍ਰਭਾਵ ਵਿੱਚ ਜਿੰਦਾ ਹੈ। ਪਰ ਜਿੱਦਣ ਗੁਰੂ ਤਰਸ ਕਰਦਾ ਹੈ, ਉਦਨ ਇਹਨਾਂ ਤ੍ਰੈ ਗੁਣੀ ਪ੍ਰਭਾਵ ਤੋਂ ਬਾਹਰ ਨਿਕਲ ਕੇ ਗੁਰੂ ਦੇ ਉਪਦੇਸ਼ ਦਾ ਪੱਲਾ ਫੜ ਲੈਂਦਾ ਹੈ। ਜਿੱਦਣ ਗੁਰੂ ਦੇ ਉਪਦੇਸ਼ ਦਾ ਪੱਲਾ ਫੜ ਲੈਂਦਾ ਹੈ, ਉਦਨ ਸਤਿਗੁਰ ਕਹਿੰਦੇ ਨੇ ਸੰਸਾਰ ਭਵਜਲ ਵਿੱਚੋਂ ਤਰ ਜਾਂਦਾ ਹੈ। ਜਾਂ ਕੋ ਆਏ ਸੋਈ ਬਿਹਾਜੋ, ਜਿਸ ਕੰਮ ਲਈ ਆਇਆ ਹੈ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਹ ਕੰਮ ਕਰ। ਇੱਕ ਗੱਲ ਚੇਤੇ ਰੱਖੀ, ਜੇ ਉਹ ਕੰਮ ਨਾ ਕੀਤਾ ਫਿਰ ਸੰਸਾਰ ਦੇ ਵਿੱਚ ਤੇਰਾ ਆਇਆ ਨਾ ਆਇਆ ਇੱਕ ਬਰਾਬਰ ਗਿਣਿਆ ਜਾਏਗਾ। ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਕਬੀਰ ਸਾਹਿਬ ਜੀ ਦਾ ਇੱਕ ਸ਼ਬਦ ਆਉਂਦਾ ਹੈ। ਉਹ ਸ਼ਬਦ ਦੇ ਦੀਨ ਵਿਸਾਰਿਓ ਰੇ ਦੀਵਾਨੇ, ਦੀਨ ਵਿਸਾਰਿਓ ਰੇ ਪੇਟ ਭਰਿਓ, ਪਸ਼ੂਆ ਜੋ ਸੋਇਓ, ਮਾਨੁਖ ਜਨਮ ਤੈ ਹਾਰਿਓ। ਇਹ ਬੰਦਿਆ ਤੂੰ ਰੱਬ ਨੂੰ ਵਿਸਾਰ ਦਿੱਤਾ, ਰੱਬ ਨੂੰ ਵਿਸਾਰ ਦਿੱਤਾ, ਰੱਬ ਨੂੰ ਨਾ ਵਿਸਾਰ। ਸਿਰਫ ਪੇਟ ਭਰ ਕੇ ਪਸ਼ੂ ਦੀ ਤਰ੍ਹਾਂ ਸੋ ਗਿਆ, ਮਨੁੱਖਾ ਜਨਮ ਤੂੰ ਹਾਰ ਲਿਆ। ਸਾਧ ਸੰਗਤ ਕਬਹੂ ਨਹੀਂ ਕੀਨੀ, ਰੱਬ ਦੇ ਪਿਆਰਿਆਂ ਦੀ ਸੰਗਤ, ਗੁਰੂ ਦੀ ਸੰਗਤ ਤੂੰ ਕਦੇ ਨਹੀਂ ਕੀਤੀ। ਰਚਿਓ ਧੰਦਾ ਝੂਠ, ਸਵਾਨ ਸ਼ੂਕਰ 22 ਜਿਵੇਂ। ਪਾਤਸ਼ਾਹ ਕਹਿੰਦੇ ਨੇ ਵੇਖ, ਸਵਾਨ ਦੀ ਨਿਆਈ ਲੋਭ ਵਿੱਚ ਗਰਸਿਆ ਭਟਕਦਾ ਰਿਹਾ, ਸ਼ੂਕਰ ਦੀ ਨਿਆਈ ਸਿਰਫ ਸੰਸਾਰ ਦੀ ਗੰਦਗੀ ਵਿੱਚ ਮੂੰਹ ਮਾਰਦਾ ਰਿਹਾ। ਪਾਤਸ਼ਾਹ ਕਹਿੰਦੇ ਨੇ ਬਸ ਇਹਨਾਂ ਪੰਛੀਆਂ ਦੀ ਤਰ੍ਹਾਂ, ਇਹਨਾਂ ਦੀ ਤਰ੍ਹਾਂ ਤੂੰ ਜੀਵਨ ਜਿਉ ਕੇ ਚਲਾ ਗਿਆ, ਕਾਂ ਵਾਂਗੂ ਭਟਕਦਾ ਰਿਹਾ। 22 ਜਿਵੇਂ ਭਟਕਤ ਚਾਲਿਓ ਊਠ, ਆਪਸ ਕੋ ਦੀਰਘ ਕਰਮਾਨੇ, ਔਰਨ ਕੋ ਲਗਮਾਤ, ਮਨਸਾ ਬਾਚਾ ਕਰਮਣਾ ਮੈਂ ਦੇਖੇ ਦੋਜਕ ਜਾਤ। ਸਤਿਗੁਰ ਕਹਿੰਦੇ ਨੇ ਸਮਝ ਕਹਿ ਕਬੀਰ ਚੇਤੈ ਨਹੀਂ, ਮੂਰਖ ਮੁਗਧ ਗਵਾਰ, ਰਾਮ ਨਾਮ ਜਾਣਿਓ ਨਹੀਂ, ਕੈਸੇ ਉਤਰਸ ਪਾਰ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਸਮਝ, ਗੁਰੂ ਨੇ ਕਿਰਪਾ ਕੀਤੀ, ਜਿਸ ਕੰਮ ਲਈ ਆਇਆ ਉਹਨੂੰ ਵਿਹਾਜ। ਹਰ ਗੁਰ ਤੇ ਮਨਹਿ ਬਸੇਰਾ, ਹਰ ਗੁਰ ਤੇ, ਹਰੀ ਪਾਸੋਂ, ਰੱਬ ਜੀ ਪਾਸੋਂ, ਗੁਰ ਤੇ, ਗੁਰੂ ਤੋਂ ਮਨਹਿ ਬਸੇਰਾ। ਸਤਿਗੁਰ ਕਹਿੰਦੇ ਨੇ ਮਨ ਦੇ ਵਿੱਚ ਗੁਰੂ ਨਾਲ ਜੁੜ ਕੇ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਮਨ ਵਿੱਚ ਵਸਾ ਲੈ। ਗੁਰੂ ਦੇ ਰਾਹੀਂ ਜਦੋਂ ਕਰਤਾ ਮਨ ਵਿੱਚ ਵਸ ਗਿਆ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਫਿਰ ਤੂੰ ਨਿਜ ਘਰ ਵਿੱਚ ਪਹੁੰਚ ਜਾਏਗਾ। ਨਿਜ ਘਰ ਦਾ ਮਤਲਬ ਹੈ ਜੋ ਚਲਾਏਮਾਨ ਨੇ। ਆ ਸੰਸਾਰ ਚਲਾਏਮਾਨ ਕਰੇ, ਇੱਥੇ ਜੋ ਆਇਆ ਹੈ ਉਹਨੇ ਜਾਣਾ ਹੈ। ਇਹ ਨਿਜ ਘਰ ਨਹੀਂ। ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਫਿਰ ਤੈਨੂੰ ਆਤਮਿਕ ਅਡੋਲਤਾ ਦੀ ਦਾਤ ਗੁਰੂ ਦੇ ਚਰਨਾਂ ਵਿੱਚੋਂ ਮਿਲੇਗੀ। ਸਹਿਜ ਆਤਮਿਕ ਅਡੋਲਤਾ ਬਹੁਰ ਨਾ ਹੋਏਗੋ। ਫੇਰਾ ਸਾਹਿਬ ਕਹਿੰਦੇ ਨੇ ਮੁੜ ਕੇ ਤੈਨੂੰ ਸੰਸਾਰ ਵਿੱਚ ਜਨਮ ਮਰਨ ਵਿੱਚ ਨਹੀਂ ਪੈਣਾ ਪਏਗਾ। ਅਖੀਰਲੇ ਬਚਨ ਵਿੱਚ ਸਾਹਿਬ ਕਹਿੰਦੇ ਨੇ ਅੰਤਰਜਾਮੀ, ਅੰਦਰ ਦੀ ਜਾਣਨ ਵਾਲੇ ਮੇਰੇ ਸਤਿਗੁਰੂ ਪੁਰਖ ਵਿਦਾਤੇ, ਸਾਰੀ ਕਾਇਨਾਤ ਨੂੰ ਬਣਾਉਣ ਵਾਲੇ ਦਾਤਾ, ਸ਼ਰਧਾ ਮਨ ਕੀ ਪੂਰੇ, ਮੇਰੇ ਮਨ ਦੀ ਸ਼ਰਧਾ ਪੂਰਨ ਕਰ ਦਿਓ। ਸ਼ਰਧਾ ਕਿਹੜੀ? ਔਦ ਕਟੈ ਦਿਨ ਅਸਰੈ ਨਾਰੇ, ਮਨ ਗੁਰਮਿਲ ਕਾਜ ਸਵਾਰੇ। ਆ ਸ਼ਰਧਾ ਹੈ। ਸਾਧ ਸੰਗਤ ਇੱਕ ਹੁੰਦਾ ਹੈ ਬਾਹਰ ਮੁਖੀ, ਜਿਹਨੂੰ ਅਸੀਂ ਆਪਣੇ ਮਨ ਦੇ ਮਨ ਰਾਹੀਂ ਸ਼ਬਦ ਕੱਢ ਲੈਂਦੇ ਹਾਂ, ਮੇਰੀ ਸ਼ਰਧਾ ਹੈ। ਨਹੀਂ, ਜੇ ਗੁਰੂ ਦੇ ਚਰਨਾਂ ਵਿੱਚ ਜੁੜਨਾ ਹੈ ਤੇ ਫਿਰ ਕਰਮ ਉਹ ਕਮਾਣੇ ਪੈਣਗੇ, ਸ਼ਰਧਾ ਉਹ ਕਮਾਣੀ ਪਏਗੀ ਜਿਹੜੀ ਗੁਰੂ ਦੀ ਦੱਸੀ ਹੋਈ ਹੈ। ਜਿਨੇ ਸ਼ਰਧਾ ਰਾਮ ਨਾਮ ਲਾਗੀ, ਤੈਨੂੰ ਦੂਜੇ ਚਿਤ ਨਾ ਲਾਇਆ ਰਾਮ। ਉਹ ਫਿਰ ਸਿਰਫ ਬਾਹਰ ਮੁਖੀ ਕਰਮਾਂ ਤੱਕ ਉਹਨਾਂ ਨੂੰ ਸ਼ਰਧਾ ਦਾ ਨਾਮ ਦੇ ਕੇ ਉਹ ਅੰਨੀ ਸ਼ਰਧਾ ਵਿੱਚ ਜੀਵਨ ਨਹੀਂ ਜਿਉਂਦੇ, ਉਹ ਪੂਰਨ ਸ਼ਰਧਾ ਵਿੱਚ ਜੀਵਨ ਜਿਉਂਦੇ ਨੇ। ਦੋ ਗੱਲਾਂ ਨੇ ਸਾਧ ਸੰਗਤ ਸਮਝਣ ਵਾਲੀਆਂ। ਇੱਕ ਤੇ ਸ਼ਰਧਾ ਕਿੰਦੇ ਤੇ ਲਾਈਏ? ਗੁਰੂ ਤੇ। ਦੂਜਾ ਆਪਣੇ ਵੱਲੋਂ ਬਣਾਈ ਹੋਈ ਗੱਲ ਨੂੰ ਸ਼ਰਧਾ ਦਾ ਨਾਮ ਨਾ ਦੀਏ। ਮੈਂ ਨੰਗੇ ਪੈਰੀ ਜਾਣਾ, ਮੈਂ ਪੈਦਲ ਸਫ਼ਰ ਤੈਅ ਕਰਨਾ ਹੈ। ਗੁਰੂ ਨੇ ਤੇ ਕਿਤੇ ਐਸੀ ਗੱਲ ਨਹੀਂ ਆਖੀ। ਗੁਰੂ ਤੇ ਕਹਿੰਦੇ ਸਰੀਰ ਨੂੰ ਦੁੱਖ ਨਾ ਦੇ। ਜੇ ਤੂੰ ਕਿਸੇ ਸਵਾਰੀ ਤੇ ਬਹਿ ਕੇ ਵੀ ਚਲਾ ਜਾਏਗਾ ਪਰ ਤੇਰਾ ਮਨ ਜੁੜ ਜਾਏਗਾ ਤੇ ਤੇਰੇ ਜੁੜਿਆ ਹੋਇਆ ਸਫਲ ਹੈ। ਪਰ ਜੇ ਤੂੰ ਸਿਰਫ ਕਰਮ ਕਾਂਡ ਨੂੰ ਜੀਵਨ ਬਣਾ ਲਿਆ ਤੇ ਗੁਰੂ ਸਾਹਿਬ ਕਹਿੰਦੇ ਨੇ ਉਹ ਸ਼ਰਧਾ ਨਹੀਂ। ਤਾਂ ਹੀ ਪਾਤਸ਼ਾਹ ਕਹਿੰਦੇ ਨੇ ਸ਼ਰਧਾ ਮਨ ਕੀ ਪੂਰੇ। ਸਤਿਗੁਰ ਮੇਰੇ ਮਨ ਦੀ ਸ਼ਰਧਾ ਪੂਰਨ ਕਰ ਦਿਓ। ਨਾਨਕ ਦਾਸ ਇਹ ਸੁਖ ਮੰਗੈ,
ਨਾਨਕ ਦਾਸ ਤੇਰੇ ਚਰਨਾਂ ਵਿੱਚੋਂ ਇਹ ਸੁਖ ਮੰਗਦਾ ਹੈ, ਆਤਮਿਕ ਸੁਖ ਮੰਗਦਾ ਹੈ। ਮੁਕੋ ਕਰ ਸੰਤਨ ਕੀ ਤੂਰੇ, ਜਿਹੜੇ ਸੰਤ ਜਨ ਤੇਰੇ ਚਰਨਾਂ ਨਾਲ ਜੁੜੇ ਨੇ, ਕਿਰਪਾ ਕਰ ਮੇਰੇ ਦਾਤਾ ਮੈਨੂੰ ਉਹਦੇ ਚਰਨਾਂ ਦੀ ਧੂੜ ਬਣਾ ਦੇ, ਉਹਨਾਂ ਰੱਬੀ ਪਿਆਰਿਆਂ ਦੇ ਚਰਨਾਂ ਦੀ ਧੂੜ ਬਣਾ ਦੇ, ਤਾਂ ਕਿ ਸਦਾ ਲਈ ਮੈਂ ਉਹਨਾਂ ਦੇ ਚਰਨਾਂ ਨਾਲ ਜੁੜ ਕੇ ਤੇਰੇ ਇਹਨਾਂ ਅੰਮ੍ਰਿਤ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਕਮਾਉਂਦਾ ਰਵਾਂ। ਸਤਿਗੁਰ ਜੀ ਮਿਹਰਮਤ ਕਰਨ। ਇਸ ਪਾਵਨ ਬਾਣੀ ਦੇ ਅੰਦਰ ਸਤਿਗੁਰਾਂ ਨੇ ਮਨੁੱਖ ਨੂੰ ਸੱਚ ਵਿੱਚ ਚੇਤਨ ਕੀਤਾ। ਭਾਈ ਰਾਤ ਹੁੰਦੀ ਏ, ਤੂੰ ਬਿਸਤਰ ਤੇ ਸੌਣ ਲਈ ਜਾਣਾ, ਜੀਵਨ ਦਾ ਕੋਈ ਪਤਾ ਨਹੀਂ ਸਵੇਰੇ ਤੇਰੀ ਅੱਖ ਖੁੱਲ੍ਹਣੀ ਹੈ ਕਿ ਨਹੀਂ ਖੁੱਲ੍ਹਣੀ, ਪਰ ਜੀਵਨ ਗੁਰੂ ਦੇ ਚਰਨਾਂ ਨਾਲ ਜੁੜ ਕੇ ਸਵਾਰ ਲੈ। ਤਾਂ ਹੀ ਸਤਿਗੁਰਾਂ ਨੇ ਹੁਕਮ ਕੀਤਾ ਹੈ, ਇਹ ਬਾਣੀ ਮਰਿਆਦਾ ਵਿੱਚ ਸ਼ਾਮਲ ਹੈ ਕਿ ਰਾਤ ਸੌਣ ਵੇਲੇ ਸਿੱਖ ਨੇ ਇਸ ਬਾਣੀ ਦਾ ਜਾਪ ਕਰਨਾ ਹੈ, ਤਾਂ ਕਿ ਆਪਣੇ ਮਨ ਨੂੰ ਪ੍ਰੇਰ ਸਕੇ, ਆਪਣੇ ਮਨ ਨੂੰ ਸਮਝਾ ਸਕੇ, ਮਨਾ ਦੁਨੀਆ ਦੇ ਕੰਮ ਸਵਾਰਦਾ ਰਹਿਣਾ, ਕਦੀ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ, ਤੇਰੇ ਮਨ ਦਾ ਇਹ ਕਾਰਜ ਵੀ ਸਫਲ ਹੋ ਜਾਏ। ਸਤਿਗੁਰ ਕਿਰਪਾ ਕਰਨ, ਹੋਈਆਂ ਗਲਤੀਆਂ ਬਖਸ਼ ਲੈਣੀਆਂ ਜੀ। ਵਾਹਿਗੁਰੂ